ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਕੇਲਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਟਰੂਡੋ ਖਿਲਾਫ ਬੋਲੇ ਜਗਮੀਤ ਸਿੰਘ, ਲਗਾਈ ਸਰਕਾਰ ਤੇ ਇਲਜ਼ਾਮ। 19 ਸਤੰਬਰ ਨੂੰ ਕੈਨੇਡਾ ਵਿੱਚ ਹੋਵੇਗੀ ਸਰਕਾਰੀ ਛੁੱਟੀ, ਮਹਾਰਾਣੀ ਦੇ ਸੰਸਕਾਰ ਵਾਸਤੇ ਕੀਤਾ ਗਿਆ ਐਲਾਨ। ਟਰੂਡੋ ਦਾ ਮੱਧ ਵਰਗੀ ਪਰਿਵਾਰਾਂ ਵਾਸਤੇ ਖਾਸ ਉਪਰਾਲਾ, ਟਰੂਡੋ ਨੇ ਕੀਤਾ ਖਾਸ ਐਲਾਨ। ਪਾਕਿਸਤਾਨ ਦੀ ਮਦਦ ਕਰੇਗਾ ਕੈਨੇਡਾ, ਵਾਧੂ ਮਦਦ ਭੇਜਣ ਦਾ ਕੀਤਾ ਐਲਾਨ। 19 ਸਤੰਬਰ ਨੂੰ ਕੁਈਨ ਐਲਿਜ਼ਾਬੈਥ ਦਾ ਫਿਊਨਰਲ ਹੈ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਵਾਸਤੇ ਵੱਡਾ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਇਸ ਦਿਨ ਕੈਨੇਡਾ ਦੇ ਵਿੱਚ ਸਰਕਾਰੀ ਛੁੱਟੀ ਹੋਏਗੀ। ਇਸ ਸੰਬੰਧੀ ਉਹਨਾਂ ਵੱਲੋਂ ਸੂਬਾ ਸਰਕਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ। ਮਹਾਰਾਣੀ ਐਲਿਜ਼ਾਬੈਥ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਮਹਾਰਾਣੀ ਦੇ ਸੰਸਕਾਰ ਵਾਲੇ ਦਿਨ ਕੈਨੇਡਾ ਦੇ ਵਿੱਚ ਸਰਕਾਰੀ ਛੁੱਟੀ ਹੋਵੇਗੀ। ਫੈਡਰਲ ਸਰਕਾਰ ਦੀ ਸੂਬਾ ਸਰਕਾਰਾਂ ਨਾਲ ਵੀ ਇਸ ਸੰਬੰਧੀ ਗੱਲਬਾਤ ਚੱਲ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਐਲਾਨ ਕੀਤਾ ਗਿਆ ਕਿ 19 ਸਤੰਬਰ ਨੂੰ ਮਹਾਰਾਣੀ ਐਲਿਜ਼ਾਬੈਥ ਦੇ ਸੰਸਕਾਰ ਵਾਲੇ ਦਿਨ ਕੈਨੇਡਾ ਵਿੱਚ ਛੁੱਟੀ ਹੋਵੇਗੀ। ਨਿਊ ਬਰਨਸਵਿਕ ਤੋਂ ਐਲਾਨ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ, ਜਿੱਥੇ ਉਹਨਾਂ ਦੱਸਿਆ ਕਿ ਅਸੀਂ 19 ਸਤੰਬਰ ਨੂੰ ਛੁੱਟੀ ਕੀਤੇ ਜਾਣ ਵਾਲਾ ਦਿਨ ਚੁਣਿਆ ਹੈ। ਉਹਨਾਂ ਕਿਹਾ ਕਿ ਪ੍ਰੋਵਿੰਸਸ ਅਤੇ ਟੈਰੀਟਰੀ ਦੀਆਂ ਸਰਕਾਰਾਂ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ ਤਾਂ ਕਿ ਇਸ ਤੇ ਪੂਰਾ ਦੇਸ਼ ਇਕਸੁਰ ਹੋ ਸਕੇ। ਉਹਨਾਂ ਦਾ ਕਹਿਣਾ ਹੈ ਕਿ ਅਜੇ ਕੁਝ ਹੋਰ ਵੇਰਵਿਆਂ ਉੱਪਰ ਕੰਮ ਬਾਕੀ ਹੈ, ਪਰ ਸੋਮਵਾਰ ਨੂੰ ਕੈਨੇਡੀਅਨਸ ਵਾਸਤੇ ਸੋਗ ਮਨਾਉਣ ਲਈ ਛੁੱਟੀ ਦਾ ਐਲਾਨ ਕਰਨਾ ਮਹੱਤਵਪੂਰਨ ਹੋਵੇਗਾ। ਜਦੋਂ ਤੱਕ ਸੂਬੇ ਵੀ ਸ਼ਾਮਿਲ ਨਹੀਂ ਹੁੰਦੇ, ਉਦੋਂ ਤੱਕ ਜੇਕਰ ਸਰਕਾਰੀ ਛੁੱਟੀ ਹੁੰਦੀ ਹੈ ਤਾਂ ਕਰੀਬ 85 ਤੋਂ 90% ਕੈਨੇਡੀਅਨਸ ਵਰਕਰਾਂ ਉੱਪਰ ਹੀ ਇਹ ਨਿਯਮ ਲਾਗੂ ਹੋਵੇਗਾ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦੇ ਪ੍ਰੈਜ਼ੀਡੈਂਟ ਵੱਲੋਂ ਇਸ ਬਾਰੇ ਕਿਹਾ ਗਿਆ ਕਿ ਸੂਬਾ ਸਰਕਾਰਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸੂਬਿਆਂ ਨੂੰ ਕੈਨੇਡਾ ਸਰਕਾਰ ਦੀ ਬਜਾਏ ਯੂਕੇ ਦੀ ਤਰਜ਼ ਤੇ ਸੋਗ ਮਨਾਉਣਾ ਚਾਹੀਦਾ ਹੈ। ਦੱਸ ਦਈਏ ਕਿ ਯੂਕੇ ਵਿੱਚ ਮਹਾਰਾਣੀ ਦੇ ਅੰਤਿਮ ਸੰਸਕਾਰ ਵਾਲੇ ਦਿਨ ਬੈਂਕ ਹੌਲੀਡੇ ਐਲਾਨੀ ਗਈ ਹੈ, ਜਿਸ ਤਹਿਤ ਸਰਕਾਰੀ ਦਫ਼ਤਰ ਅਤੇ ਸਕੂਲ ਬੰਦ ਹੋਣਗੇ। ਬਿਜ਼ਨਸ ਅਤੇ ਕਾਰੋਬਾਰ ਬੰਦ ਕਰਨਾ ਅਤੇ ਮੁਲਾਜ਼ਮਾਂ ਨੂੰ ਮੁਆਵਜ਼ੇ ਦੇਣਾ ਜ਼ਰੂਰੀ ਨਹੀਂ ਹੈ। ਨਿਊਜ਼ੀਲੈਂਡ ਦੇ ਵਿੱਚ 26 ਸਤੰਬਰ ਨੂੰ ਕੁਈਨ ਐਲਿਜ਼ਾਬੈਥ ਮੈਮੋਰੀਅਲ ਡੇ ਮਨਾਇਆ ਜਾਵੇਗਾ ਤੇ ਆਸਟ੍ਰੇਲੀਆ ਵਿੱਚ 22 ਸਤੰਬਰ ਨੂੰ ਛੁੱਟੀ ਕੀਤੀ ਜਾਵੇਗੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਸਰਕਾਰ ਨੇ ਰੀਜਨਲ ਸਰਕਾਰਾਂ ਨਾਲ ਗੱਲਬਾਤ ਕੀਤੀ ਸੀ ਅਤੇ ਉਹ ਸਾਰੇ ਸਹਿਮਤ ਹਨ ਕਿ ਰਾਸ਼ਟਰੀ ਛੁੱਟੀ ਇੱਕ ਚੰਗਾ ਵਿਚਾਰ ਹੈ। ਅਜੇ ਤੱਕ ਕੈਨੇਡਾ ਵੱਲੋਂ ਇਸ ਬਾਰੇ ਐਲਾਨ ਨਹੀਂ ਕੀਤਾ ਗਿਆ ਸੀ ਕਿ ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਵਾਸਤੇ 15 ਸਤੰਬਰ ਨੂੰ ਇੱਕ ਦਿਨ ਵਾਸਤੇ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਦੱਸਿਆ ਜਾਵੇਗਾ ਤੇ 19 ਸਤੰਬਰ ਨੂੰ ਪਾਰਲੀਮੈਂਟ ਦੀ ਨਿਰਧਾਰਿਤ ਕਾਰਵਾਈ ਇੱਕ ਦਿਨ ਬਾਅਦ ਜਾਣੀ ਕਿ 20 ਸਤੰਬਰ ਨੂੰ ਸ਼ੁਰੂ ਕੀਤੀ ਜਾਏਗੀ, ਜਿਸ ਬਾਰੇ ਪ੍ਰਧਾਨ ਮੰਤਰੀ ਵੱਲੋਂ ਪਹਿਲਾਂ ਹੀ ਗੱਲ ਕੀਤੀ ਗਈ। ਜਗਮੀਤ ਸਿੰਘ ਵੱਲੋਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਘੇਰਿਆ ਗਿਆ। ਜੀ ਹਾਂ, NDP ਲੀਡਰ ਜਗਮੀਤ ਸਿੰਘ ਲਿਬਰਲ ਸਰਕਾਰ ਦੇ ਖਿਲਾਫ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਤੇ ਇਹਨਾਂ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੂੰ ਕਾਫੀ ਸਟਰਗਲ ਕਰਨਾ ਪੈ ਰਿਹਾ। ਹੁਣ ਜਗਮੀਤ ਸਿੰਘ ਵੱਲੋਂ ਇਸ ਬਾਰੇ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਹੈ। ਕੀ ਕਹਿਣਾ ਹੈ ਜਗਮੀਤ ਸਿੰਘ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। People are doing everything right, but are still falling behind. We spoke with so many folks over this past summer who tell us that they're struggling to be able to put food on the table. They're feeling squeezed because the cost of everything is going up. Groceries, putting gas in your car. And while Justin Trudeau leapt into action to give billions of dollars to wealthy corporations that didn't really need help, he has refused to do anything to give people respect who are feeling the squeeze of the cost of living going up. So we heard you, and we used our power to deliver meaningful support to you and your families. Because of New Democrats, we forced this government to deliver on dental care, starting with kids under 12. Some of the Conservatives don't want you to receive, but New Democrats know this will help so many people. So starting this year, a family with one child, 12 or under, will receive $650 per year. So over 2 years, that's $1,300. For families with 2 children, that could be as much as $2,600 over 2 years. This is real support to help families. But we're not stopping there. We're going to expand this program to develop a national program that covers children 18 and under, seniors, and people living with disabilities. We are going to continue to fight to make sure you and your family get the respect that you deserve. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੱਧ ਵਰਗੀ ਪਰਿਵਾਰਾਂ ਵਾਸਤੇ ਖਾਸ ਐਲਾਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਮੱਧ ਵਰਗੀ ਪਰਿਵਾਰਾਂ ਨੂੰ ਰਾਹਤ ਦਿੱਤੀ ਹੈ, ਜਿਸ ਬਾਰੇ ਪ੍ਰਧਾਨ ਮੰਤਰੀ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਿਹੜੇ ਮੱਧ ਵਰਗੀ ਪਰਿਵਾਰ ਨੇ ਉਹਨਾਂ ਵਾਸਤੇ ਵੱਡਾ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਵੱਲੋਂ ਮੱਧ ਵਰਗੀ ਪਰਿਵਾਰਾਂ ਨੂੰ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਤਾਂ ਕਿ ਉਹਨਾਂ ਦਾ ਸਹਾਰਾ ਬਣਿਆ ਜਾ ਸਕੇ। ਇਸ ਬਾਰੇ ਪ੍ਰਧਾਨ ਮੰਤਰੀ ਵੱਲੋਂ ਕੀ ਕਿਹਾ ਗਿਆ ਤੇ ਉਹਨਾਂ ਨੇ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। We know Canadians want to help, and we're ready to match that help. The federal government will match donations you make to the Humanitarian Coalition up to $3 million until September 28th. These funds will help provide life-saving services to those in need. We are also allocating an additional $25 million in urgent humanitarian funding and longer-term development assistance to help with recovery and rebuilding. This is, of course, in addition to the over $5 million we've already committed to help the millions of people in Pakistan who are dealing with this horrific climate disaster, and we will continue to look at other ways we can help. This week, Caucus is meeting here in St. Andrews by the Sea to talk about the important issues facing Canadians, like the cost of living. On a eu des bonnes discussions à propos de l'économie, des soins de santé, de l'environnement et d'autres enjeux importants qui préoccupent les gens. Et notre objectif en tant que gouvernement est très clair. C'est d'obtenir des résultats pour les Canadiens. Global inflation caused by COVID-19 and Putin's invasion of Ukraine has made cost of living a real challenge for lots of people. All summer, members of Liberal Caucus have been talking to Canadians, listening to people's worries about their future, about how difficult it is to make ends meet right now. And our government has been hard at work on a plan that will deliver relief to millions of Canadians. We've already delivered on childcare, we've delivered an increasing Canada Child Benefit, we continue to step up in a range of ways, but today we're announcing additional targeted new measures that will support the middle class and people working hard to join it. These will be the very first pieces of legislation that we introduce when the House returns. ਪਾਕਿਸਤਾਨ ਵਿੱਚ ਜੋ ਹੜ੍ਹ ਦਾ ਕਹਿਰ ਦੇਖਣ ਨੂੰ ਮਿਲਿਆ, ਉਸ ਬਾਰੇ ਕੈਨੇਡਾ ਸਰਕਾਰ ਵੱਲੋਂ ਹੋਰ ਵੀ ਜ਼ਿਆਦਾ ਮਦਦ ਦਾ ਐਲਾਨ ਕੀਤਾ ਗਿਆ। ਹਰਜੀਤ ਸੱਜਣ ਵੀ ਲਗਾਤਾਰ ਇਸ ਬਾਰੇ ਜਾਣਕਾਰੀ ਦੇ ਰਹੇ ਨੇ। ਦੱਸ ਦਈਏ ਕਿ ਹੜ੍ਹ ਦੇ ਜੋ ਹਾਲਾਤ ਪਾਕਿਸਤਾਨ 'ਚ ਬਣੇ ਨੇ, ਇਸ ਤੋਂ ਪਹਿਲਾਂ ਵੀ ਕੈਨੇਡਾ ਸਰਕਾਰ ਵੱਲੋਂ ਫੰਡਿੰਗ ਦਾ ਐਲਾਨ ਕੀਤਾ ਸੀ ਤੇ ਹੁਣ ਹੋਰ ਵੀ ਫੰਡਸ ਉਹਨਾਂ ਵੱਲੋਂ ਦੇਣ ਦਾ ਜ਼ਿਕਰ ਕੀਤਾ ਗਿਆ। ਪਾਕਿਸਤਾਨ ਦੇ ਵਿੱਚ ਜੋ ਹੜ੍ਹ ਦਾ ਕਹਿਰ ਦੇਖਣ ਨੂੰ ਮਿਲਿਆ, ਉਸ ਤੋਂ ਬਾਅਦ ਕੈਨੇਡਾ ਸਰਕਾਰ ਵੱਲੋਂ ਹੋਰ ਮਦਦ ਦਾ ਐਲਾਨ ਕੀਤਾ ਗਿਆ ਹੈ। ਪਾਕਿਸਤਾਨ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਸਰਕਾਰ ਵੱਲੋਂ $25 ਮਿਲੀਅਨ ਦੀ ਹੋਰ ਮਦਦ ਦਿੱਤੀ ਜਾਵੇਗੀ, ਜਿਸ ਬਾਰੇ ਹੁਣ ਜਾਣਕਾਰੀ ਸਾਹਮਣੇ ਆਈ ਹੈ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ 12 ਏਡ ਏਜੰਸੀਜ਼ ਨੂੰ ਡੋਨੇਸ਼ਨ ਦਿੱਤਾ ਜਾਵੇਗਾ ਤਾਂ ਕਿ ਇੱਥੇ ਪਾਕਿਸਤਾਨ ਦੇ ਵਿੱਚ ਜਿਹੜੇ ਪ੍ਰਭਾਵਿਤ ਨੇ ਉਹਨਾਂ ਦੀ ਮਦਦ ਕੀਤੀ ਜਾ ਸਕੇ। ਦੱਸ ਦਈਏ ਕਿ ਇਸ ਹੜ੍ਹ ਕਾਰਨ ਪਾਕਿਸਤਾਨ ਵਿੱਚ 33 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ। ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ ਘਰ ਵੀ ਵੱਡੀ ਪੱਧਰ ਦੇ ਉੱਪਰ ਨੁਕਸਾਨੇ ਗਏ ਹਨ। ਕੈਨੇਡਾ ਵੱਲੋਂ ਇਸ ਸਭ ਨੂੰ ਧਿਆਨ ਵਿੱਚ ਰੱਖਦੇ ਐਲਾਨ ਕੀਤਾ ਗਿਆ ਕਿ $25 ਮਿਲੀਅਨ ਦੀ ਹੋਰ ਵੀ ਮਦਦ ਭੇਜੀ ਜਾਵੇਗੀ। ਇਸ ਤੋਂ ਇਲਾਵਾ ਇੰਟਰਨੈਸ਼ਨਲ ਡਿਵੈਲਪਮੈਂਟ ਮਿਨਿਸਟਰ ਹਰਜੀਤ ਸੱਜਣ ਲਗਾਤਾਰ ਮਾਮਲੇ ਸੰਬੰਧੀ ਵਿਚਾਰ ਵੀ ਸਾਂਝੇ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਫੰਡਿੰਗ ਬਾਰੇ ਵੀ ਉਹ ਜਾਣਕਾਰੀ ਸਾਂਝੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਡੈਪਟ ਟੂ ਡਿਸਪੋਜ਼ੇਬਲ ਆਮਦਨ ਦੇ ਵਿੱਚ ਵਾਧਾ ਹੋਇਆ। ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਆંકੜੇ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਦੇਖ ਕੇ ਪਤਾ ਚੱਲਿਆ ਕਿ ਪਹਿਲਾਂ ਦੇ ਮੁਕਾਬਲੇ ਇਸ ਵਿੱਚ ਕਾਫੀ ਵਾਧਾ ਹੋਇਆ। ਕੀ ਕਹਿੰਦੇ ਨੇ ਆંકੜੇ, ਕੀ ਕਹਿਣਾ ਹੈ ਸਟੈਟਿਸਟਿਕਸ ਕੈਨੇਡਾ ਦਾ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਸਟੈਟਿਸਟਿਕਸ ਕੈਨੇਡਾ ਵੱਲੋਂ ਕੁਝ ਆંકੜੇ ਪੇਸ਼ ਕੀਤੇ ਗਏ, ਜਿਸ ਵਿੱਚ ਦੱਸਿਆ ਗਿਆ ਕਿ ਕੈਨੇਡਾ ਅੰਦਰ ਕਰਜ਼ੇ ਅਤੇ ਆਮਦਨ ਦਾ ਅਨੁਪਾਤ ਵੱਧ ਕੇ 182% ਹੋ ਗਿਆ ਹੈ। ਦੱਸ ਦਈਏ ਕਿ ਪਿਛਲੇ ਸਾਲ ਇਹ ਅਨੁਪਾਤ 185% ਦੇ ਉੱਪਰ ਸੀ। ਇਸ ਬਾਰੇ ਹੁਣ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਇਸ ਸਾਲ ਦੀ ਦੂਸਰੀ ਤਿਮਾਹੀ ਵਿੱਚ ਕੈਨੇਡੀਅਨਸ ਦੇ ਖਰਚਣਯੋਗ ਆਮਦਨ ਦੇ ਮੁਕਾਬਲੇ ਉਹਨਾਂ ਦੀ ਦੇਣਦਾਰੀ ਦੇ ਵਿੱਚ ਵਾਧਾ ਹੋਇਆ ਹੈ। ਕਰਜ਼ੇ ਦਾ ਪੱਧਰ ਲੋਕਾਂ ਦੀ ਕਮਾਈ ਨਾਲੋਂ ਤੇਜ਼ੀ ਨਾਲ ਉੱਪਰ ਹੋ ਗਿਆ। ਏਜੰਸੀ ਦੇ ਦੱਸਣ ਮੁਤਾਬਕ ਦੂਸਰੇ ਕੁਆਰਟਰ ਦੌਰਾਨ ਘਰੇਲੂ ਆਮਦਨ ਜਾਣੀ ਕਿ ਹਾਊਸ ਹੋਲਡ ਡਿਸਪੋਜ਼ੇਬਲ ਇਨਕਮ ਘਰੇਲੂ ਕਰਜ਼ ਦਾ ਅਨੁਪਾਤ ਵੱਧ ਕੇ 181.7% ਹੋ ਗਿਆ। ਦੱਸ ਦਈਏ ਕਿ ਇਹ ਵਾਧਾ ਉਸ ਵੇਲੇ ਹੋਇਆ ਜਦੋਂ ਘਰੇਲੂ ਆਮਦਨ ਵਿੱਚ 1.0% ਵਾਧਾ ਹੋਇਆ, ਪਰ ਘਰੇਲੂ ਕ੍ਰੈਡਿਟ ਮਾਰਕੀਟ ਕਰਜ਼ਾ ਵੱਧ ਕੇ 2.1% ਹੋ ਗਿਆ। ਸਟੈਟਿਸਟਿਕਸ ਕੈਨੇਡਾ ਦੇ ਦੱਸਣ ਮੁਤਾਬਕ ਦੂਸਰੇ ਕੁਆਰਟਰ ਵਿੱਚ ਘਰੇਲੂ ਕਰਜ਼ਾ $56.3 ਬਿਲੀਅਨ ਵਧਿਆ, ਜਿਸ ਵਿੱਚ $48.7 ਬਿਲੀਅਨ ਦੀ ਮਾਰਗੇਜ ਸ਼ਾਮਿਲ ਕੀਤੀ ਗਈ। ਕਰਜ਼ੇ ਦਾ ਭਾਰ ਪਿਛਲੇ ਸਮਿਆਂ ਨਾਲੋਂ ਵੱਧ ਦੱਸਿਆ ਜਾ ਰਿਹਾ, ਪਰ ਸੰਪਤੀ ਦਾ ਮੁੱਲ ਵੀ ਵਧ ਰਿਹਾ ਹੈ, ਜਿਸ ਕਾਰਨ ਪਰਿਵਾਰਾਂ ਦੀ ਕੁੱਲ ਸੰਪਤੀ ਦੇ ਵਿੱਚ ਵਾਧਾ ਹੋ ਰਿਹਾ ਹੈ।
ਇਸ ਕੁਆਰਟਰ ਦੌਰਾਨ ਇਹ ਰੁਝਾਨ ਵਿੱਚ ਤਬਦੀਲੀ ਆਈ ਹੈ ਤੇ ਘਰੇਲੂ ਸੰਪत्ति ਵਿੱਚ 6.1% ਦੀ ਗਿਰਾਵਟ ਦਰਜ ਕੀਤੀ ਗਈ। 1990 ਵਿੱਚ ਡਾਟਾ ਟਰੈਕਿੰਗ ਸ਼ੁਰੂ ਹੋਣ ਤੋਂ ਬਾਅਦ ਇਹ ਹੁਣ ਤੱਕ ਦਰਜ ਹੋਈ ਸਭ ਤੋਂ ਤੇਜ਼ ਗਿਰਾਵਟ ਹੈ। ਦੱਸ ਦਈਏ ਕਿ TD ਬੈਂਕ ਦੇ ਅਰਥ ਸ਼ਾਸਤਰੀ ਵੱਲੋਂ ਦੱਸਿਆ ਗਿਆ ਕਿ ਅੱਜ ਦੀ ਰਿਲੀਜ਼ ਤੋਂ ਇਹ ਪਤਾ ਲੱਗਿਆ ਹੈ ਕਿ ਦੂਸਰੀ ਤਿਮਾਹੀ ਵਿੱਚ ਪਰਿਵਾਰਾਂ ਨੂੰ ਵੱਧਦੇ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਫੈਸਲਾ ਸੂਬਾ ਸਰਕਾਰਾਂ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਵੱਲੋਂ 19 ਸਤੰਬਰ ਵਾਲੇ ਦਿਨ ਕੁਈਨ ਐਲਿਜ਼ਾਬੈਥ ਦੀ ਫਿਊਨਰਲ ਦੇ ਮੌਕੇ ਦੇ ਉੱਪਰ ਕੈਨੇਡਾ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ, ਪਰ ਸੂਬਿਆਂ ਤੋਂ ਜਾਣਕਾਰੀ ਸਾਹਮਣੇ ਆਈ ਜਿੱਥੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਸਰਕਾਰੀ ਛੁੱਟੀ ਨਹੀਂ ਐਲਾਨੀ ਜਾਵੇਗੀ। ਇਸ ਤਰ੍ਹਾਂ ਦੀ ਖਬਰ ਓਨਟਾਰੀਓ ਤੇ ਕਿਊਬੈਕ ਸੂਬੇ ਤੋਂ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ, ਇਸ ਦੇ ਨਾਲ ਸੂਬੇ ਸਹਿਮਤ ਨਹੀਂ ਦਿਖਾਈ ਦੇ ਰਹੇ। ਦਰਅਸਲ ਕੁਈਨ ਐਲਿਜ਼ਾਬੈਥ ਦੀ ਫਿਊਨਰਲ ਦੇ ਮੌਕੇ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ। ਇਸ ਬਾਰੇ ਪ੍ਰਧਾਨ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਉਹ ਸੂਬਾ ਸਰਕਾਰਾਂ ਦੇ ਨਾਲ ਇਸ ਸੰਬੰਧੀ ਗੱਲ ਕਰ ਰਹੇ ਨੇ। ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਜਿੱਥੇ ਕਿਊਬੈਕ ਅਤੇ ਓਨਟਾਰੀਓ ਦੇ ਪ੍ਰੀਮੀਅਰਾਂ ਵੱਲੋਂ ਦੱਸ ਦਿੱਤਾ ਗਿਆ ਕਿ ਉਹਨਾਂ ਦੇ ਸੂਬੇ ਵਿੱਚ ਫਿਊਨਰਲ ਵਾਲੇ ਦਿਨ ਸਰਕਾਰੀ ਛੁੱਟੀ ਨਹੀਂ ਹੋਵੇਗੀ। ਓਨਟਾਰੀਓ ਤੋਂ ਜੋ ਖਬਰ ਸਾਹਮਣੇ ਆਈ ਹੈ ਉਸ ਵਿੱਚ ਦੱਸਿਆ ਗਿਆ ਕਿ 1 ਵਜੇ ਦੇ ਕਰੀਬ ਓਨਟਾਰੀਓ ਵਾਸੀਆਂ ਵੱਲੋਂ ਮੋਮੈਂਟ ਆਫ ਸਾਇਲੈਂਸ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਿਊਬੈਕ ਸੂਬੇ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ ਉੱਥੇ ਪ੍ਰੀਮੀਅਰ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਕੋਈ ਸਰਕਾਰੀ ਛੁੱਟੀ ਸੂਬੇ ਵਿੱਚ ਨਹੀਂ ਐਲਾਨੀ ਜਾਵੇਗੀ। ਇੱਥੇ ਚੋਣਾਂ ਤੋਂ ਪਹਿਲਾਂ ਜੋ ਉਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ, ਇਸੇ ਦੌਰਾਨ ਹੀ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਜਿਸ ਦਾ ਜਵਾਬ ਪ੍ਰੀਮੀਅਰ ਵੱਲੋਂ ਦਿੱਤਾ ਗਿਆ। ਦੱਸ ਦਈਏ ਕਿ ਕੁਈਨ ਐਲਿਜ਼ਾਬੈਥ ਦਾ ਫਿਊਨਰਲ 19 ਸਤੰਬਰ ਨੂੰ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਇਸ ਦਿਨ ਕੈਨੇਡਾ ਦੇ ਵਿੱਚ ਸਰਕਾਰੀ ਛੁੱਟੀ ਐਲਾਨੀ ਜਾਵੇਗੀ, ਪਰ ਨਾਲ ਹੀ ਉਹਨਾਂ ਵੱਲੋਂ ਇਹ ਗੱਲ ਸਪਸ਼ਟ ਕਰ ਦਿੱਤੀ ਗਈ ਕਿ ਉਹਨਾਂ ਵੱਲੋਂ ਇਸ ਸੰਬੰਧੀ ਸੂਬਾ ਸਰਕਾਰਾਂ ਨਾਲ ਅਜੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਖਬਰ ਸਾਹਮਣੇ ਆ ਰਹੀ ਹੈ ਕਿ ਕੁਝ ਸੂਬੇ ਹੁਣ ਇਸ ਦੇ ਨਾਲ ਸਹਿਮਤ ਨਹੀਂ ਹਨ। ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਥਾਵਾਂ ਦੇ ਉੱਪਰ ਜੋ ਜੰਗਲ ਦੀ ਅੱਗ ਦਾ ਅਸਰ ਹੈ ਉਸ ਸੰਬੰਧੀ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਅੱਗ ਦੇ ਉੱਪਰ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਖਬਰ ਸਾਹਮਣੇ ਆਈ ਹੈ ਕਿ ਇੱਥੇ ਕਿੰਨੀਆਂ ਥਾਵਾਂ ਦੇ ਉੱਪਰ ਐਕਟਿਵ ਵਾਈਲਡ ਫਾਇਰ ਹੈ ਤੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਜ਼ਿਆਦਾ ਖਤਰਨਾਕ ਕਿਹੜੀਆਂ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਸਮੇਂ ਜੋ ਵਾਈਲਡ ਫਾਇਰ ਲੱਗੀ ਹੋਈ ਹੈ ਉਸ ਨੂੰ ਘੱਟ ਕਰਨ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਪ੍ਰੋਵਿੰਸ ਵਿੱਚ ਵਾਈਲਡ ਫਾਇਰ ਦੇ ਚੱਲਦਿਆਂ ਕਈ ਥਾਵਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਇਸ ਤੋਂ ਇਲਾਵਾ ਗੁਣਵੱਤਾ ਦੇ ਉੱਪਰ ਵੀ ਇਸ ਦਾ ਅਸਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਮੇਂ ਜੋ ਜੰਗਲ ਦੀ ਅੱਗ ਦਾ ਅਸਰ ਦੇਖਣ ਨੂੰ ਮਿਲ ਰਿਹਾ ਉਸ ਕਾਰਨ ਬਹੁਤ ਨੁਕਸਾਨ ਹੋ ਚੁੱਕਿਆ। ਉੱਥੇ ਹੀ ਪਸ਼ੂ ਪਾਲਕਾਂ ਵੱਲੋਂ ਵੀ ਇਸ ਸੰਬੰਧੀ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਇਸ ਨੂੰ ਘੱਟ ਕੀਤਾ ਜਾ ਸਕੇ। ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ BC ਕੈਟਲਮੈਨ ਐਸੋਸੀਏਸ਼ਨ ਅਤੇ ਹੋਰਨਾਂ ਦੇ ਨਾਲ ਮਿਲ ਕੇ ਇਸ ਮੁਹਿੰਮ ਨੂੰ ਚਲਾਇਆ ਗਿਆ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲੀ ਅੱਗਾਂ ਇੱਕ ਵੱਡੀ ਚੁਣੌਤੀ ਬਣੀਆਂ ਹੋਈਆਂ ਨੇ। ਸੂਬੇ ਵਿੱਚ ਇਸ ਸਮੇਂ 191 ਥਾਵਾਂ ਦੇ ਉੱਪਰ ਜੰਗਲ ਦੀ ਅੱਗ ਲੱਗੀ ਹੋਈ ਹੈ। ਇਹਨਾਂ ਵਿੱਚੋਂ 5 ਜੰਗਲੀ ਅੱਗਾਂ ਨੂੰ ਜਨਤਾ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਖਤਰਾ ਮੰਨਿਆ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਵਾਈਲਡ ਫਾਇਰ ਸਰਵਿਸਿਜ਼ ਵੱਲੋਂ ਲਗਾਤਾਰ ਇਸ ਬਾਰੇ ਸੋਸ਼ਲ ਮੀਡੀਆ ਉੱਪਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਪ੍ਰੋਵਿੰਸ ਵਿੱਚ ਹੌਪ ਸ਼ਹਿਰ ਨਜ਼ਦੀਕ ਲੱਗੀ ਅੱਗ ਦੇ ਕਾਰਨ 12 ਥਾਵਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਪ੍ਰੋਵਿੰਸ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਹੇਠਾਂ ਆਉਂਦੀ ਹੋਈ ਦਿਖਾਈ ਦੇ ਰਹੀ ਹੈ। ਸੋ ਜਿਹੜੀ ਮੁਹਿੰਮ ਦਾ ਜ਼ਿਕਰ ਕੀਤਾ ਗਿਆ ਉਹ ਮੁਹਿੰਮ ਕੀ ਹੈ ਤੁਹਾਨੂੰ ਦੱਸਦੇ ਹਾਂ। ਇਸ ਪਾਇਲਟ ਪ੍ਰੋਜੈਕਟ ਦਾ ਨਾਮ ਟਾਰਗੇਟਡ ਗ੍ਰੇਜ਼ਿੰਗ ਪ੍ਰੋਗਰਾਮ ਰੱਖਿਆ ਗਿਆ। ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਇਸ ਸੰਬੰਧੀ ਫੰਡਿੰਗ ਵੀ ਦਿੱਤੀ ਜਾ ਰਹੀ ਹੈ। ਇੱਥੇ ਵੀ ਦੱਸਣਯੋਗ ਹੈ ਕਿ ਪ੍ਰੋਵਿੰਸ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਸ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰਾਂ ਵੱਲੋਂ ਐਮਰਜੈਂਸੀ ਐਲਾਨ ਕੀਤੀ ਗਈ ਸੀ। ਫੈਡਰਲ ਸਰਕਾਰ ਨੇ ਸੂਬੇ ਦੇ ਵਿੱਚ ਕੈਨੇਡੀਅਨ ਆਰਮਡ ਫੋਰਸਿਸ ਅਤੇ ਮੈਂਬਰਸ ਨੂੰ ਭੇਜਣ ਦਾ ਐਲਾਨ ਕੀਤਾ ਸੀ। ਇਹ ਖਬਰ ਉਸ ਵੇਲੇ ਸਾਹਮਣੇ ਆਈ ਸੀ ਜਦੋਂ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਦੇ ਇੱਕ ਛੋਟੇ ਜਿਹੇ ਪਿੰਡ ਲਿਟਨ ਦੇ ਵਿੱਚ ਭਿਆਨਕ ਅੱਗ ਲੱਗੀ ਜਿਸ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ। ਇਸ ਸੰਬੰਧੀ ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿੱਚ ਅੱਗਾਂ ਨਾਲ ਵੱਡੀ ਪੱਧਰ ਦੇ ਉੱਪਰ ਨੁਕਸਾਨ ਹੋ ਗਿਆ ਹੈ ਤੇ ਇਸ ਜੋ ਨਵੀਂ ਮੁਹਿੰਮ ਦੇ ਬਾਰੇ ਜ਼ਿਕਰ ਕੀਤਾ ਜਾ ਰਿਹਾ ਹੈ ਇਸ ਦਾ ਹਿੱਸਾ ਬਣ ਕੇ ਉਹ ਜਿਹੜੇ ਇਸ ਦੇ ਵਿੱਚ ਹਿੱਸਾ ਲੈ ਰਹੇ ਨੇ ਉਹਨਾਂ ਨੂੰ ਵਧੀਆ ਮਹਿਸੂਸ ਹੋ ਰਿਹਾ ਹੈ। ਗੋਲੀਬਾਰੀ ਦਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਗੋਲੀ ਲੱਗਣ ਕਾਰਨ ਅਫਸਰ ਦੀ ਮੌਤ ਹੋ ਗਈ। 3 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਪੁਲਿਸ ਵੱਲੋਂ ਲਗਾਤਾਰ ਇਸ ਗੋਲੀਬਾਰੀ ਦੇ ਮਾਮਲੇ ਬਾਰੇ ਅਪਡੇਟ ਦਿੱਤੀ ਜਾ ਰਹੀ ਹੈ ਤੇ ਜਿਸ ਪੁਲਿਸ ਅਫਸਰ ਨੇ ਆਪਣੀ ਜਾਨ ਗਵਾ ਦਿੱਤੀ ਉਸ ਬਾਰੇ ਵੀ ਹੁਣ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ। ਗ੍ਰੇਟਰ ਟੋਰਾਂਟੋ ਏਰੀਆ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ 2 ਦੀ ਮੌਤ ਹੋ ਗਈ। ਇਹਨਾਂ 2 ਜਾਣਿਆਂ ਦੇ ਵਿੱਚ ਟੋਰਾਂਟੋ ਪੁਲਿਸ ਦਾ ਅਫਸਰ ਵੀ ਸ਼ਾਮਲ ਦੱਸਿਆ ਗਿਆ ਜਿਸ ਨੇ ਇਸ ਹਾਦਸੇ ਵਿੱਚ ਆਪਣੀ ਜਾਨ ਗਵਾ ਦਿੱਤੀ। ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਮਿਸੀਸਾਗਾ ਤੋਂ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਇਸ ਵਿੱਚ 48 ਸਾਲ ਦੇ ਟੋਰਾਂਟੋ ਪੁਲਿਸ ਅਫਸਰ ਵੱਲੋਂ ਆਪਣੀ ਜਾਨ ਗੋਲੀ ਲੱਗਣ ਤੋਂ ਬਾਅਦ ਗਵਾ ਦਿੱਤੀ ਗਈ।
ਇਸ ਗੋਲੀਬਾਰੀ ਦੇ ਮਾਮਲੇ ਵਿੱਚ 3 ਜਾਣੇ ਜ਼ਖਮੀ ਵੀ ਦੱਸੇ ਜਾ ਰਹੇ ਨੇ। ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਇਸ ਬਾਰੇ ਡਿਟੇਲ ਸਾਂਝੀ ਕਰਦਿਆਂ ਕਿਹਾ ਗਿਆ ਕਿ ਗਨਮੈਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਉਸ ਨੂੰ ਹੈਮਿਲਟਨ ਦੇ ਵਿੱਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਫਿਲਹਾਲ ਇਸ ਮਾਮਲੇ ਦੀ ਜਾਂਚ ਪੜਤਾਲ ਓਨਟਾਰੀਓ ਦੇ ਪੁਲਿਸ ਵਾਚਡੌਗ ਵੱਲੋਂ ਕੀਤੀ ਜਾ ਰਹੀ ਹੈ। ਜਿਸ ਪੁਲਿਸ ਅਫਸਰ ਵੱਲੋਂ ਆਪਣੀ ਇਸ ਗੋਲੀਬਾਰੀ ਦੀ ਘਟਨਾ ਵਿੱਚ ਜਾਨ ਗਵਾਈ ਗਈ ਉਸ ਬਾਰੇ ਜਾਣਕਾਰੀ ਵੀ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ। Thank you, Chief Duriappa. It is with a profound sadness that I announce the death of Toronto Police Service Constable Andrew Hong of Traffic Services. Constable Hong was 48 years of age and is a 22-year veteran of the service. He was in Mississauga today participating in a joint training exercise with officers from Peel Regional Police and York Regional Police. The details of his murder are the subject of a Peel Regional Police investigation, and I am working closely with Chief Duriappa to determine what exactly happened to our officer. I can say that our preliminary information is that Constable Hong was shot at close range and died at the scene. Peel Regional Police have the full support of the Toronto Police Service with their investigation. Constable Hong is survived by his wife, 2 children, and his parents. I met with his family in their home this afternoon, along with John Reid of the Toronto Police Association, to confirm the death of Constable Hung, who was a husband, a father, and a son. I committed to his family that they will have the full support of the Toronto Police Service every day going forward. This is devastating news for his family and for all members of the Toronto Police Service and our entire policing community. We will lean on each other while we work to support Constable Hong's family and each other in our grief. I wish to thank our neighbouring police services and the public around the province who have already offered their condolences and support to the Toronto Police Service. Thank you. ਕੈਨੇਡਾ ਵਿੱਚ ਰਿਟਾਇਰਮੈਂਟ ਰੇਟ ਵਧਦਾ ਜਾ ਰਿਹਾ ਜੋ ਕਿ ਆਰਥਿਕਤਾ ਦੇ ਵਾਸਤੇ ਬੁਰਾ ਸੰਕੇਤ ਦੱਸਿਆ ਜਾ ਰਿਹਾ ਹੈ। ਹੁਣ ਰਿਟਾਇਰਮੈਂਟ ਦੀਆਂ ਜਿਹੜੀਆਂ ਯੋਜਨਾ ਨੇ ਪੈਂਡੈਮਿਕ ਦੌਰਾਨ ਰੁਕ ਗਈਆਂ ਪਰ ਇੱਕ ਵਾਰ ਫਿਰ ਤੋਂ ਲੋਕ ਜਿਹੜੇ ਨੇ ਉਹ ਰਿਟਾਇਰਮੈਂਟ ਲੈ ਰਹੇ ਹਨ। ਇਹ ਰੁਝਾਨ ਆਰਥਿਕਤਾ ਦੇ ਉੱਪਰ ਅਸਰ ਪਾ ਰਿਹਾ ਜਿਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਕੁਝ ਅੰਕੜੇ ਪੇਸ਼ ਕੀਤੇ ਗਏ। ਰਿਟਾਇਰਮੈਂਟ ਵਿੱਚ ਜੋ ਵਾਧਾ ਹੋ ਰਿਹਾ ਇਸ ਕਾਰਨ ਕੈਨੇਡਾ ਦੀ ਆਰਥਿਕਤਾ ਪ੍ਰਭਾਵਿਤ ਹੋ ਰਹੀ ਹੈ। ਰਿਟਾਇਰਮੈਂਟ ਦੇ ਵਿੱਚ ਹੋ ਰਿਹਾ ਵਾਧਾ ਕੈਨੇਡੀਅਨ ਆਰਥਿਕਤਾ ਵਾਸਤੇ ਵੱਡੀ ਚੁਣੌਤੀ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ 55 ਸਾਲ ਦੀ ਉਮਰ ਦੇ ਵਿੱਚ ਹੀ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜੀ ਹਾਂ, ਕੈਨੇਡਾ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ 65 ਸਾਲ ਦੀ ਉਮਰ ਤੋਂ ਪਹਿਲਾਂ ਰਿਟਾਇਰ ਹੋਣ ਦਾ ਰੁਝਾਨ ਕੈਨੇਡੀਅਨ ਆਰਥਿਕਤਾ ਉੱਪਰ ਮਾੜਾ ਪ੍ਰਭਾਵ ਪਾ ਰਿਹਾ ਹੈ ਕਿਉਂਕਿ ਆਰਥਿਕਤਾ ਵਾਸਤੇ ਇਹ ਚੰਗੀ ਖਬਰ ਨਹੀਂ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਹੁਣ ਇਸ ਬਾਰੇ ਕੁਝ ਅੰਕੜੇ ਪੇਸ਼ ਕੀਤੇ ਗਏ। ਇਹ ਅੰਕੜੇ ਦੱਸਦੇ ਨੇ ਕਿ ਪਿਛਲੇ 1 ਸਾਲ ਵਿੱਚ 55 ਤੋਂ 64 ਸਾਲ ਦੀ ਉਮਰ ਦੇ ਵਿੱਚ ਰਿਟਾਇਰਮੈਂਟ ਲੈਣ ਦਾ ਫੈਸਲਾ ਲੈਣ ਵਾਲੇ ਕੈਨੇਡੀਅਨਸ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਇਆ। ਪੈਂਡੈਮਿਕ ਦੌਰਾਨ ਬਹੁਤੇ ਲੋਕ ਆਪਣੀਆਂ ਨੌਕਰੀਆਂ ਬਰਕਰਾਰ ਰੱਖਣ ਵਾਸਤੇ ਵਧੇਰੇ ਕੇਂਦਰਿਤ ਸਨ ਪਰ ਹੁਣ ਜਿਵੇਂ ਹਾਲਾਤ ਬਿਹਤਰ ਹੋਣ ਦੀ ਸਥਿਤੀ ਆ ਰਹੀ ਹੈ ਤਾਂ ਲੱਖਾਂ ਲੋਕਾਂ ਨੇ ਕੰਮ ਤੋਂ ਪਾਸਾ ਵੱਟ ਲਿਆ ਹੈ। ਇਸ ਬਾਰੇ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਜਿਹੜੇ ਕਾਮੇ ਨੇ ਉਹਨਾਂ ਦੇ ਨੌਕਰੀ ਛੱਡਣ ਕਰਕੇ ਪਹਿਲਾਂ ਤੋਂ ਹੀ ਜਿਹੜੇ ਕਾਰੋਬਾਰ ਨੇ ਉਹਨਾਂ ਉੱਪਰ ਅਸਰ ਪੈ ਰਿਹਾ ਤੇ ਹੁਣ ਜੋ ਰਿਟਾਇਰਮੈਂਟ ਦਾ ਸਿਲਸਿਲਾ ਜਾਰੀ ਹੈ ਉਸ ਨਾਲ ਵੀ ਆਰਥਿਕਤਾ ਪ੍ਰਭਾਵਿਤ ਹੋ ਰਹੀ ਹੈ। ਪੈਂਡੈਮਿਕ ਕਾਰਨ ਲੋਕਾਂ ਨੇ ਆਪਣੀ ਰਿਟਾਇਰਮੈਂਟ ਹੋਣ ਦੀਆਂ ਯੋਜਨਾਵਾਂ ਨੂੰ ਟਾਲ ਦਿੱਤਾ ਪਰ ਹੁਣ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਵਿੱਚ ਯਾਤਰਾ ਕਰਨ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਰੁਝਾਨ ਨਜ਼ਰ ਆ ਰਿਹਾ ਹੈ। ਉਹਨਾਂ ਦਾ ਲੇਬਰ ਫੋਰਸ ਤੋਂ ਬਾਹਰ ਹੋਣਾ ਅਜਿਹੇ ਸਮੇਂ ਵਿੱਚ ਵਾਪਰ ਰਿਹਾ ਹੈ ਜਦੋਂ ਮਹਿੰਗਾਈ ਦੇ ਉੱਪਰ ਕਾਬੂ ਪਾਉਣ ਵਾਸਤੇ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੀ ਸਥਿਤੀ ਵਿੱਚ ਆਰਥਿਕ ਮੰਦੀ ਦਾ ਡਰ ਵੀ ਪੈਦਾ ਹੋ ਜਾਵੇਗਾ। ਕੈਨੇਡਾ ਦੇ ਆਰਥਿਕ ਵਿਕਾਸ ਨੂੰ ਲੀਹ ਦੇ ਉੱਪਰ ਰੱਖਣ ਵਾਸਤੇ ਇਮੀਗ੍ਰੇਸ਼ਨ ਦਾ ਸਹਾਰਾ ਲਿਆ ਜਾ ਰਿਹਾ ਹੈ ਤੇ G7 ਦੇਸ਼ਾਂ ਵਿੱਚ ਕੁੱਲ ਆਬਾਦੀ ਵਿੱਚੋਂ ਕੰਮ ਕਰਨ ਵਾਲੀ ਆਬਾਦੀ ਦੇ ਅੰਦਾਜ਼ੇ ਦੇ ਪੈਮਾਨੇ ਤੇ ਕੈਨੇਡਾ ਵਿੱਚ ਸਭ ਤੋਂ ਮੂਹਰੇ ਵਾਲਾ ਨੰਬਰ ਦਰਜ ਕੀਤਾ ਗਿਆ। ਏਜੰਸੀ ਵੱਲੋਂ ਅੰਕੜੇ ਪੇਸ਼ ਕੀਤੇ ਗਏ ਜਿਸ ਵਿੱਚ ਦੱਸਿਆ ਗਿਆ ਕਿ ਅਗਸਤ ਮਹੀਨੇ ਦੌਰਾਨ 3,07,000 ਕੈਨੇਡੀਅਨ ਅਜਿਹੇ ਸਨ ਜਿਨ੍ਹਾਂ ਨੇ ਪਿਛਲੇ ਸਾਲ ਵਿੱਚ ਕਿਸੇ ਸੇਵਾ ਮੁਕਤ ਹੋਣ ਵਾਸਤੇ ਆਪਣੀ ਨੌਕਰੀ ਛੱਡ ਦਿੱਤੀ ਸੀ ਜੋ ਕਿ 1 ਸਾਲ ਤੋਂ ਪਹਿਲਾਂ ਦੇ ਮੁਕਾਬਲੇ 31.8% ਵੱਧ ਗਿਣਤੀ ਦੱਸੀ ਜਾ ਰਹੀ ਹੈ। ਪੈਂਡੈਮਿਕ ਤੋਂ ਪਹਿਲਾਂ ਅਗਸਤ ਮਹੀਨੇ ਸਾਲ 2019 ਦੇ ਮੁਕਾਬਲੇ ਇਸ ਵਿੱਚ 12.5% ਦਾ ਵਾਧਾ ਦੱਸਿਆ ਜਾ ਰਿਹਾ ਹੈ। ਐਲੀ ਵਿੱਚ ਜੋ ਇੱਕ ਪੱਤਰਕਾਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਇਸ ਬਾਰੇ ਜਸਟਿਨ ਟਰੂਡੋ ਬੋਲੇ ਨੇ। ਪ੍ਰਧਾਨ ਮੰਤਰੀ ਵੱਲੋਂ ਮਾਡਰਨ ਜਰਨਲਿਜ਼ਮ ਵਾਸਤੇ ਇਸ ਨੂੰ ਖਤਰਾ ਦੱਸਿਆ ਗਿਆ ਤੇ ਇਸ ਬਾਰੇ ਉਹ ਗੱਲਬਾਤ ਕਰਦੇ ਹੋਏ ਵੀ ਦਿਖਾਈ ਦਿੱਤੇ। ਲਾਸ ਵੇਗਸ ਤੋਂ ਇੱਕ ਪੱਤਰਕਾਰ ਦੀ ਮੌਤ ਦਾ ਜੋ ਮਾਮਲਾ ਸਾਹਮਣੇ ਆਇਆ ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ।
ਪ੍ਰਧਾਨ ਮੰਤਰੀ ਵੱਲੋਂ ਇਸ ਨੂੰ ਮਾਡਰਨ ਜਰਨਲਿਜ਼ਮ ਨਾਲ ਜੁੜਿਆ ਹੋਇਆ ਖਤਰਾ ਦੱਸਿਆ ਗਿਆ। ਦੱਸੀਏ ਕਿ ਜੈਫ ਜਰਮਨ ਨਾਮ ਦੇ 올ਡ ਸਕੂਲ ਇਨਵੈਸਟੀਗੇਟਿਵ ਰਿਪੋਰਟਰ ਦੀ ਲੌਗ ਵੀਕਸ ਦੇ ਵਿੱਚ ਹੱਤਿਆ ਕਰ ਦਿੱਤੀ ਗਈ। ਇਹ ਸ਼ੁਰੇਬਾਜ਼ੀ ਦਾ ਜੋ ਮਾਮਲਾ ਸਾਹਮਣੇ ਆਇਆ, ਇਸ ਬਾਰੇ ਹੁਣ ਪ੍ਰਧਾਨ ਮੰਤਰੀ ਵੱਲੋਂ ਵੀ ਗੱਲਬਾਤ ਕੀਤੀ ਗਈ ਹੈ। ਪ੍ਰਧਾਨ ਮੰਤਰੀ ਵੱਲੋਂ ਇਸ ਸੰਬੰਧੀ ਕੀ ਪੱਖ ਰੱਖਿਆ ਗਿਆ, ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। But the aggressive, bullying, hate-filled tactics of a small number of people is causing us to have to rethink the freedoms that we've had as parliamentarians and as Canadians in a democracy to walk down the street alongside a member of parliament. And it's unfortunate. It really is. But we need to make sure that people who are doing their jobs and serving their communities and serving their country, including at the highest levels, feel safe in the job that they're doing, aren't worried for their families, aren't worried that they're putting at risk their loved ones because they are serving their communities, either as journalists or as politicians. There's a huge reflection we have to have about the kind of country we want to be. And to understand that the tone of our democracy, the tone of our political debates is set by those politicians who get sent to Ottawa to represent their communities. And if there isn't clear condemnation of the kind of cowardly bullying we've seen, of the kind of hate-filled rants and violent words used against people, to say this has no place in our democracy, we can disagree, and we need to disagree with each other on policies, on perspectives. That's a robust debate that has to happen amongst Canadians to make sure we're getting it right as a collective, as a country. But to limit the ability of women, of racialized Canadians to serve in government or to hold government to account as journalists, which is the goal of a number of Canadians with very loud voices. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਟਰੂਡੋ ਖਿਲਾਫ ਬੋਲੇ ਜਗਮੀਤ ਸਿੰਘ, ਲਗਾਈ ਸਰਕਾਰ ਤੇ ਇਲਜ਼ਾਮ। 19 ਸਤੰਬਰ ਨੂੰ ਕੈਨੇਡਾ ਵਿੱਚ ਹੋਵੇਗੀ ਸਰਕਾਰੀ ਛੁੱਟੀ, ਮਹਾਰਾਣੀ ਦੇ ਸੰਸਕਾਰ ਵਾਸਤੇ ਕੀਤਾ ਗਿਆ ਐਲਾਨ। ਟਰੂਡੋ ਦਾ ਮੱਧਵਰਗੀ ਪਰਿਵਾਰਾਂ ਵਾਸਤੇ ਖਾਸ ਉਪਰਾਲਾ, ਟਰੂਡੋ ਨੇ ਕੀਤਾ ਖਾਸ ਐਲਾਨ। ਪਾਕਿਸਤਾਨ ਦੀ ਮਦਦ ਕਰੇਗਾ ਕੈਨੇਡਾ, ਵਾਧੂ ਮਦਦ ਭੇਜਣ ਦਾ ਕੀਤਾ ਐਲਾਨ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ, ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ। Thank you.